ਸਤਿ ਸ਼੍ਰੀ ਅਕਾਲ ਦੋਸਤੋ, ਆਟੋ ਆਈਐਸ ਅਕੈਡਮੀ ਦੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਔਰ ਜਿਸ ਤਰ੍ਹਾਂ ਕਿ ਆਪਾਂ PCS ਮੇਨਸ ਨੂੰ ਲੈ ਕੇ ਇੱਕ ਆਪਾਂ ਸੀਰੀਜ਼ ਜਿਹੜੀ ਹੈ ਉਹ ਸਟਾਰਟ ਕੀਤੀ ਹੋਈ ਹੈ ਕਿ PCS ਮੇਨਸ ਤੇ ਜਿਹੜੇ GS ਤੇ ਪੇਪਰ 1 2 3 ਜਿੰਨੇ ਵੀ ਐਗਜ਼ਾਮ ਹੈਗੇ ਨੇ, ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਇਸ ਨੂੰ ਸੋਲਵ ਕਰਨਾ ਹੈ, ਸਾਡੀ ਅਪਰੋਚ ਕੀ ਹੋਣੀ ਚਾਹੀਦੀ ਹੈ, ਸਾਡੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ, ਸਿਲੇਬਸ ਨੂੰ ਕਿਸ ਤਰ੍ਹਾਂ ਅਸੀਂ ਵਰਕਆਊਟ ਕਰਨਾ ਹੈਗਾ, ਇਹ ਸਾਰੇ ਦਾ ਸਾਰਾ ਜੋ ਟੌਪਿਕਸ ਨੇ ਆਪਾਂ ਡਿਸਕਸ ਕਰ ਰਹੇ ਹਾਂ ਇਨ ਵੀਡੀਓ ਫਾਰਮ ਦੇ ਵਿੱਚ। ਔਰ GS1 ਮੈਂ ਤੁਹਾਡੇ ਨਾਲ ਆਲਰੇਡੀ डिस्कस कर चुका और अज आप डिस्कस करन जा रहे हैं GS2 ਨੂੰ ਅੱਜ ਆਪਾਂ डिस्कस करांगे। GS2 ਦੇ ਵਿੱਚ अगर ਆਪਾਂ ਸਿਲੇਬਸ ਦੀ ਗੱਲ ਕਰਦੇ ਹਾਂ ਤਾਂ ਦੇਖੋ GS2 ਦੇ ਵਿੱਚ ਤਿੰਨ ਮੇਜਰ ਪੋਰਸ਼ਨ ਨੇ ਜਿਹੜੇ ਕਵਰ ਕੀਤੇ ਹੋਏ ਨੇ। ਨੰਬਰ 1 ਇਜ਼ ਅਬਾਊਟ ਦਾ इंडियन कॉन्स्टिट्यूशन, ਉਹੀ ਬੇਸਿਕ ਕੌਨਸਟੀਟਿਊਸ਼ਨ ਜੋ ਆਪਾਂ ਆਲਰੇਡੀ ਪ੍ਰੀ ਦੇ ਪੁਆਇੰਟ ਤੇ ਪ੍ਰੀ ਦੇ ਟਾਈਮ ਤੇ ਵੀ ਆਪਾਂ ਪੂਰਾ ਡਿਟੇਲ ਦੇ ਵਿੱਚ ਇਹਨੂੰ ਪੜ੍ਹ ਚੁੱਕੇ ਹੈਗੇ ਆ। ਨੰਬਰ 2 ਜਿਹੜਾ ਇੱਥੇ ਸਾਡੇ ਪਾਸ ਥੋੜਾ ਨਵਾਂ ਟੌਪਿਕ ਆ ਰਿਹਾ ਹੈਗਾ ਉਹ ਗਵਰਨੈਂਸ ਦੇ ਰਿਗਾਰਡਿੰਗ ਆ ਰਿਹਾ ਹੈਗਾ। ਔਰ ਨੰਬਰ 3 ਇਜ਼ ਇੰਟਰਨੈਸ਼ਨਲ ਰਿਲੇਸ਼ਨ, ਕਿਉਂਕਿ ਪ੍ਰੀ ਦੇ ਵਾਸਤੇ ਆਪਾਂ ਆਲਰੇਡੀ ਜਿਹੜਾ ਨੇ ਉਹ ਆਪਾਂ ਨਿਊਜ਼ਪੇਪਰ ਔਰ ਕਰੰਟ ਅਫੇਅਰ ਜਿਹੜੇ ਨੇ ਆਪਾਂ ਆਲਰੇਡੀ ਫੋਲੋ ਕਰ ਰਹੇ ਸੀਗੇ, ਤਾਂ ਇਹ ਵੀ ਜੋ ਟੌਪਿਕ ਹੈਗਾ ਸਾਡੇ ਲਈ ਕੁਝ ਨਵਾਂ ਨਹੀਂ ਹੈਗਾ। ਤਾਂ ਦੇਖੋ ਚੀਜ਼ਾਂ ਬਹੁਤ ਸਾਰੀਆਂ ਨੇ ਜੋ ਤੁਹਾਡੇ ਵਾਸਤੇ ਐਜ਼ ਯੂਜ਼ੁਅਲ ਜੋ ਪ੍ਰੀ ਦੇ ਟਾਈਮ ਤੋਂ ਚੱਲੀਆਂ ਆ ਰਹੀਆਂ ਨੇ, ਕੁਝ ਟੌਪਿਕ ਨੇ ਜੋ ਤੁਹਾਡੇ ਵਾਸਤੇ ਨਵੇਂ ਹੈਗੇ ਨੇ। ਤਾਂ ਅਸੀਂ ਇਹਨਾਂ ਨੂੰ ਮੇਨਸ ਪਰਸਪੈਕਟਿਵ ਤੋਂ ਜੋ ਹੈਗਾ ਅਸੀਂ ਕਿਸ ਤਰ੍ਹਾਂ ਰੀਡ ਕਰਨਾ ਹੈਗਾ ਔਰ ਕੀ ਰੀਡ ਕਰਨਾ ਹੈਗਾ ਉਹ ਅੱਜ ਦੇ ਆਪਾਂ ਇਸ ਵੀਡੀਓ ਸੈਸ਼ਨ 'ਚ ਗੱਲ ਕਰਾਂਗੇ। ਔਰ ਇਸ ਦੇ ਲਈ ਮੈਂ ਫਿਰ ਤੁਹਾਨੂੰ ਇੱਕ ਚੀਜ਼ ਐਡਵਾਈਸ ਕਰਨਾ ਚਾਹਾਂਗਾ। ਦੇਖੋ ਪ੍ਰੀ ਔਰ ਮੇਨਸ ਦੀ ਜੋ ਸਟ੍ਰੈਟਜੀ ਹੈਗੀ ਆ ਉਹ ਬਿਲਕੁਲ ਅਲੱਗ-ਅਲੱਗ ਰਹਿੰਦੀ ਹੈਗੀ ਹੈ। ਪ੍ਰੀ ਦੇ ਵਾਸਤੇ ਜਦੋਂ ਅਸੀਂ ਤਿਆਰੀ ਕਰਦੇ ਹਾਂ ਤਾਂ ਸਾਨੂੰ ਬਹੁਤ ਵਾਸਟ ਰੀਡਿੰਗ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਪਤਾ ਨਹੀਂ ਕਿੱਥੋਂ ਕੁਐਸਚਨ ਆਏਗਾ ਕਿੱਥੋਂ ਨਹੀਂ ਆਏਗਾ। ਲੇਕਿਨ ਮੇਨਸ ਦੇ ਰਿਗਾਰਡਿੰਗ ਸਾਡੀ ਜੋ ਸਟ੍ਰੈਟਜੀ ਹੁੰਦੀ ਹੈ ਇੱਥੇ ਅਸੀਂ ਥੋੜਾ ਜਿਹਾ ਸਿਲੈਕਟਿਵ ਹੋ ਸਕਦੇ ਹਾਂ, ਲੇਕਿਨ ਉਸ ਸਿਲੈਕਟਿਵ ਹੋਣ ਦੇ ਪਿੱਛੇ ਸਾਡੇ ਵਾਸਤੇ ਇੱਕ ਬਹੁਤ ਅੱਛਾ ਪਹਿਲਾਂ ਸਾਨੂੰ ਇੱਕ ਅੱਛਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕਿ ਅਸੀਂ ਸਿਲੇਬਸ ਨੂੰ ਡੀਕੋਡ ਕਰਨ ਦਾ ਸਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਕਿਉਂਕਿ ਅਗਰ ਅਸੀਂ ਸਿਲੇਬਸ ਨੂੰ ਡੀਕੋਡ ਅੱਛਾ ਕਰ ਸਕਦੇ ਹਾਂ ਤਾਂ ਅਸੀਂ ਉਸ ਦੇ ਵਿੱਚ ਇੱਕ ਸਿਲੈਕਟਿਵ ਪੋਰਸ਼ਨ ਚੂਜ਼ ਕਰਕੇ ਉਹਦੇ ਤੇ ਵਰਕਆਊਟ ਕਰ ਸਕਦੇ ਹਾਂ। ਤਾਂ ਇਹੀ ਚੀਜ਼ਾਂ ਮੈਂ ਤੁਹਾਡੇ ਲਈ ਥੋੜਾ ਅੱਜ ਈਜ਼ੀ ਕਰਾਂਗਾ ਔਰ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਤੁਸੀਂ ਮੇਨਸ ਦੇ ਸਿਲੇਬਸ ਨੂੰ ਪਹਿਲਾਂ ਡੀਕੋਡ ਕਰੋ, ਫਿਰ ਉਹਦੇ ਚੋਂ ਕਿਵੇਂ ਸਿਲੈਕਟਿਵ ਪੋਰਸ਼ਨ ਜਿਹੜੇ ਨੇ ਉਹ ਤੁਸੀਂ ਵਰਕਆਊਟ ਕਰੋ ਔਰ ਉਹਨਾਂ ਦੇ ਕਿਸ ਤਰ੍ਹਾਂ ਆਪਣੀ ਆਨਸਰ ਰਾਈਟਿੰਗ ਨੂੰ ਪ੍ਰੈਕਟਿਸ ਕਰੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੈਕਸ਼ਨ 1 ਦੀ। ਦੇਖੋ ਸੈਕਸ਼ਨ 1 ਜਿਹੜਾ ਹੈਗਾ ਇਹ ਸਟੈਟਿਕ ਪੋਰਸ਼ਨ ਹੈਗਾ ਵਾ, ਜਿਸ ਦੇ ਵਿੱਚ ਕਿ ਇੰਡੀਅਨ ਕੌਨਸਟੀਟਿਊਸ਼ਨ ਔਰ ਪੋਲਿਟੀ ਜੋ ਬੇਸਿਕ ਪਾਰਟ ਹੈ ਉਹ ਜਿੱਥੇ ਦਿੱਤਾ ਗਿਆ ਸਿਲੇਬਸ ਦੇ ਵਿੱਚ। ਅਗਰ ਸਿਲੇਬਸ ਦੇ ਵਿੱਚ ਵੀ ਮੈਂ ਪੂਰਾ ਸਿਲੇਬਸ ਇੱਥੇ ਨਹੀਂ ਲੈ ਰਿਹਾ ਨਾ, ਕਿਉਂਕਿ ਸਿਲੇਬਸ ਆਲਰੇਡੀ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਵੀ ਹੈਗਾ ਔਰ ਤੁਸੀਂ ਰੀਡ ਵੀ ਕਰ ਸਕਦੇ ਹੋ ਉਸ ਦੇ ਵਿੱਚ। ਤਾਂ ਸਿਲੇਬਸ ਨੂੰ ਰੀਡ ਕਰੋਗੇ ਤਾਂ ਜ਼ਿਆਦਾਤਰ ਪੋਰਸ਼ਨ ਜਿਹੜਾ ਹੈਗਾ ਉਹ ਸਟੈਟਿਕ ਹੈਗਾ। ਸਟੈਟਿਕ ਪੋਰਸ਼ਨ ਜੋ ਆਪਾਂ ਆਲਰੇਡੀ ਪੋਲਿਟੀ ਦੇ ਵਿੱਚ ਪੜ੍ਹ ਚੁੱਕੇ ਹਾਂ ਉਹੀ ਇੱਥੇ ਆ ਰਹੇ ਨੇ। ਹੁਣ ਆਪਾਂ ਇਹਨੂੰ ਮੇਨਸ ਦੇ ਵਿੱਚ ਕਿਵੇਂ ਰੀਡ ਕਰਨਾ ਹੈ, ਕਿ ਮੇਨਸ ਦੇ ਵਿੱਚ ਅਸੀਂ ਐਸਾ ਉਵੇਂ ਰੀਡ ਕਰਾਂਗੇ ਜੋ ਪ੍ਰੀਲਿਮ 'ਚ ਪੜ੍ਹ ਰਹੇ ਹਾਂ, ਤਾਂ ਨਹੀਂ, ਐਸਾ ਨਹੀਂ ਹੈ। ਅਸੀਂ ਮੇਨਸ ਦੇ ਵਿੱਚ ਇਹ ਚੀਜ਼ ਦੇਖਣੀ ਹੈਗੀ ਹੈ ਕਿ ਇਸ ਦੇ ਵਿੱਚ ਐਸੇ ਕਿਹੜੇ ਇੰਸਟੀਟਿਊਸ਼ਨਸ ਨੇ, ਐਸੀ ਕਿਹੜੀ ਬਾਡੀਜ਼ ਨੇ ਜੋ ਕਿ ਬੜੇ ਰੀਸੈਂਟ ਟਾਈਮ ਦੇ ਵਿੱਚ ਜਿਹੜੀ ਹੈਗੀ ਆ ਉਹ ਨਿਊਜ਼ ਦੇ ਵਿੱਚ ਚੱਲ ਰਹੀ ਹੈਗੀ ਹੈ। ਜਿਸ ਤਰ੍ਹਾਂ ਕਿ ਮੈਂ ਇੱਕ ਦੋ ਐਗਜ਼ਾਮਪਲ ਤੁਹਾਨੂੰ ਇੱਥੇ ਦੱਸਾਂਗਾ ਜਿੱਥੋਂ ਤੁਸੀਂ ਆਪਣਾ ਸਿਲੇਬਸ ਨੂੰ ਡੀਕੋਡ ਕਰੋਗੇ। ਨੰਬਰ 1 ਜਿਹੜਾ ਹੈਗਾ ਤੁਸੀਂ ਦੇਖੋ ਕਿ ਵੀ ਰੀਸੈਂਟ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਲੋਕਲ ਬਾਡੀ ਦੇ ਇਲੈਕਸ਼ਨ ਹੋਏ ਨੇ, ਅਰਬਨ ਬਾਡੀ ਦੇ ਇਲੈਕਸ਼ਨ ਹੋਏ ਨੇ, MC ਦੇ ਬਾਡੀ ਇਲੈਕਸ਼ਨ ਹੋਏ ਨੇ ਔਰ ਪੰਚਾਇਤ ਐਂਡ ਲੋਕਲ ਬਾਡੀ ਸਾਡੇ ਸਿਲੇਬਸ ਦਾ ਪਾਰਟ ਵੀ ਹੈਗਾ। ਤਾਂ ਅਸੀਂ ਇਸ ਤਰ੍ਹਾਂ ਦੇ ਟੌਪਿਕ ਨੂੰ ਅਸੀਂ ਥੋੜਾ ਜਿਹਾ ਇੱਕ ਪ੍ਰੋਮੀਨੈਂਸ ਦੇ ਫਾਰਮ ਤੇ ਰੀਡ ਕਰਨਾ ਹੈਗਾ ਕਿ ਜਿੰਨੀਆਂ ਵੀ ਸਾਡੀਆਂ ਰੂਰਲ ਜਾਂ ਅਰਬਨ ਜੋ ਸਾਡੀਆਂ ਲੋਕਲ ਬਾਡੀਜ਼ ਹੈਗੀਆਂ ਨੇ 73rd 74th ਅਮੈਂਡਮੈਂਟ ਜੋ ਹੋਈ ਹੈ ਕੌਨਸਟੀਟਿਊਸ਼ਨ ਦੇ ਵਿੱਚ ਔਰ ਇਹਨਾਂ ਨੇ ਇੱਕ ਕੌਨਸਟੀਟਿਊਸ਼ਨ ਸਟੇਟਸ ਦਿੱਤਾ ਗਿਆ ਹੈ, ਇਸ ਅਮੈਂਡਮੈਂਟਸ ਤੋਂ ਬਾਅਦ ਕੀ ਚੇਂਜ ਕੀ ਇੰਪਰੂਵਮੈਂਟ ਜਿਹੜੀ ਹੈ ਉਹ ਅਸੀਂ ਲੋਕਲ ਲੈਵਲ ਤੇ ਵਿਲੇਜ ਲੈਵਲ ਜਾਂ ਸਿਟੀ ਲੈਵਲ ਦੀ ਗਵਰਨੈਂਸ ਅਸੀਂ ਦੇਖ ਪਾ ਰਹੇ ਹਾਂ, ਕਿੱਥੇ ਅਜੇ ਵੀ ਸ਼ਾਰਟਕਮਿੰਗਸ ਨੇ, ਕਿੱਥੇ ਉਹਨੂੰ ਹੋਰ ਇੰਪਰੂਵ ਕਰਨ ਦੀ ਲੋੜ ਹੈਗੀ ਆ। ਤਾਂ ਇਸ ਤਰ੍ਹਾਂ ਇਸ ਪਰਸਪੈਕਟਿਵ ਤੋਂ ਤੁਸੀਂ ਟੌਪਿਕ ਨੂੰ ਰੀਡ ਕਰਨਾ ਹੈਗਾ, ਠੀਕ ਹੈ। ਇਸ ਤਰ੍ਹਾਂ ਤੁਹਾਨੂੰ ਕੁਐਸਚਨ ਜੋ ਹੈ ਨਾ ਪੁੱਛੇ ਜਾ ਸਕਦੇ ਨੇ। ਫਿਰ ਤੁਹਾਨੂੰ ਪਤਾ ਹੈ ਕਿ ਨੈਕਸਟ ਟੌਪਿਕ ਜੋ ਆਪਾਂ ਲੈ ਸਕਦੇ ਹਾਂ ਤਾਂ ਕੋਆਪਰੇਟਿਵ ਫੈਡਰਲਿਜ਼ਮ। ਅਕਸਰ ਫੈਡਰਲਿਜ਼ਮ ਜੋ ਹੈ ਇਹ ਟਰਮ ਜਿਹੜੀ ਹੈ ਬੜੀ ਨਿਊਜ਼ ਦੇ ਵਿੱਚ ਰਹਿੰਦੀ ਹੈਗੀ ਹੈ ਸੈਂਟਰ ਸਟੇਟ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ। ਤਾਂ ਅਸੀਂ ਅੱਜ ਦੀ ਡੇਟ ਵਿੱਚ ਇੰਡੀਆ ਨੂੰ ਵੀ ਟਾਕ ਅਬਾਊਟ ਕੋਆਪਰੇਟਿਵ ਫੈਡਰਲਿਜ਼ਮ। ਤਾਂ ਕੋਆਪਰੇਟਿਵ ਫੈਡਰਲਿਜ਼ਮ ਦੇ ਵਿੱਚ ਤਾਂ ਮੇਨ ਪੁਆਇੰਟ ਕੀ ਹੈ ਕਿ ਸੈਂਟਰ ਔਰ ਸਟੇਟ ਦਾ ਰਿਲੇਸ਼ਨਸ਼ਿਪ ਜਿਹੜਾ ਉਹਨੂੰ ਸਮੂਥ ਕਿਵੇਂ ਬਣਾਇਆ ਜਾ ਸਕਦਾ ਹੈ ਔਰ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਜੋ ਸਟੇਟ ਹੈਗੀ ਆ ਉਹਨਾਂ ਦੀਆਂ ਜੋ ਗ੍ਰੀਵੈਂਸਸ ਹੈਗੀਆਂ ਨੇ ਕਿ ਸਾਨੂੰ ਡਿਵੈਲਪਮੈਂਟ ਵਾਸਤੇ ਪ੍ਰੋਪਰ ਫਾਈਨਾਂਸ ਦੇ ਸੋਰਸਸ ਨਹੀਂ ਸਾਡੇ ਕੋਲ ਅਵੇਲੇਬਲ ਹੈਗੇ, ਹੋਰ ਵੀ ਬਹੁਤ ਸਾਰੀ ਜੋ ਉਹਨਾਂ ਦੀ ਕੰਪਲੇਂਟਸ ਹੈਗੀਆਂ ਨੇ ਜੋ ਸਟੇਟ ਕਰਦੀ ਹੈ ਸੈਂਟਰ ਤੋਂ। ਤਾਂ ਉਹ ਚੀਜ਼ ਨੂੰ ਅਸੀਂ ਥੋੜਾ ਸਟੱਡੀ ਕਰਨਾ ਹੈ ਕਿ ਸੈਂਟਰ ਸਟੇਟ ਨੂੰ ਲੈ ਕੇ ਅਜੇ ਵੀ ਐਸੇ ਕਿਹੜੇ ਸ਼ਾਰਟਕਮਿੰਗਸ ਨੇ ਜਿਹੜੀ ਇੰਪਰੂਵ ਕਰਨ ਦੀ ਲੋੜ ਹੋ ਗਈ ਹੈ। ਤਾਂ ਇਸ ਤਰ੍ਹਾਂ ਦੇ ਟੌਪਿਕ ਅਸੀਂ ਚੱਕਨੇ ਆ। ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰਾਈਮ ਮਿਨਿਸਟਰ, ਪਾਰਲੀਮੈਂਟ ਔਰ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਆਪਣਾ ਰੋਲ ਪਲੇ ਕਰ ਰਹੀ ਹੈਗੀ ਆ ਲਾਅ ਮੇਕਿੰਗ ਨੂੰ ਲੈ ਕੇ ਔਰ ਸਭ ਚੀਜ਼ਾਂ ਨੂੰ ਲੈ ਕੇ ਅਸੀਂ ਇਹਨੂੰ ਪ੍ਰੈਜ਼ੈਂਟ ਦੇ ਨਾਲ ਰੀਡ ਕਰਨਾ ਹੈਗਾ। ਯਾਨੀ ਕਿ ਪੋਲਿਟਿਕਸ ਨੂੰ ਮੇਨਸ ਦੇ ਵਿੱਚ ਅਸੀਂ ਜਿਹੜਾ ਹੈਗਾ ਪੋਲਿਟੀ ਉਹਨੂੰ ਅਸੀਂ ਕੋਰਲੇਟ ਕਰਕੇ ਜਿਹੜਾ ਹੈਗਾ ਉਹਨੂੰ ਅਸੀਂ ਰੀਡ ਕਰਨਾ ਹੈਗਾ। ਔਰ ਇੱਥੇ ਸਾਡੀ ਜੋ ਬੈਸਟ ਸੋਰਸ ਜੋ ਇੱਥੇ ਰਹੇਗਾ ਪੂਰੇ GS2 ਦੇ ਵਿੱਚ ਤੁਹਾਡਾ ਸਭ ਤੋਂ ਬੈਸਟ ਸੋਰਸ ਰਹੇਗਾ ਉਹ ਹੋਏਗਾ ਨਿਊਜ਼ਪੇਪਰ। ਇੱਥੇ ਮੈਂ ਤੁਹਾਨੂੰ ਐਡਵਾਈਸ ਕਰਾਂਗਾ ਕਿ ਤੁਸੀਂ
ਟ੍ਰਿਬਿਊਨ ਔਰ ਇੰਡੀਅਨ ਐਕਸਪ੍ਰੈਸ। ਤੁਸੀਂ ਦੋ ਨਿਊਜ਼ਪੇਪਰ ਨੂੰ ਤੁਸੀਂ ਇੱਥੇ ਜ਼ਰੂਰ ਫੋਲੋ ਔਨ ਕਰੋ, ਕਿਉਂਕਿ ਇਹਨਾਂ ਦੋ ਨਿਊਜ਼ਪੇਪਰ ਦੇ ਵਿੱਚ ਜਿੰਨੇ ਵੀ ਆਰਟੀਕਲਸ ਆ ਰਹੇ ਹੈਗੇ ਨੇ ਉਹਨਾਂ 'ਚ ਬਹੁਤ ਸਾਰੇ ਆਰਟੀਕਲ, ਇੱਕ ਨਾ ਇੱਕ ਆਰਟੀਕਲ ਐਸਾ ਜ਼ਰੂਰ ਹੁੰਦਾ ਜਿੱਥੇ ਕਿ ਤੁਹਾਨੂੰ ਪੋਲਿਟੀ ਦੇ ਨਾਲ, ਕੌਨਸਟੀਟਿਊਸ਼ਨ ਦੇ ਨਾਲ ਕਿਸੇ ਨਾ ਕਿਸੇ ਬੋਡੀ ਦੇ ਉੱਪਰ ਆਰਟੀਕਲ ਆਉਂਦਾ, ਤਾਂ ਉਹ ਆਰਟੀਕਲਸ ਨੂੰ ਰੀਡ ਕਰੋ। ਉਸ ਆਰਟੀਕਲ ਨੂੰ ਰੀਡ ਕਰਨ ਤੋਂ ਬਾਅਦ ਦੇਖੋ ਕਿ ਇੱਥੇ ਕਿਸ ਤਰ੍ਹਾਂ ਦਾ ਕੁਐਸਚਨ ਬਣਾਇਆ ਜਾ ਸਕਦਾ ਹੈ, ਔਰ ਫਿਰ ਉਸ ਕੁਐਸਚਨ ਨੂੰ ਬਣਾ ਕੇ ਇੱਕ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋ, ਲਿਖਣ ਦੀ ਕੋਸ਼ਿਸ਼ ਕਰੋ। ਇੰਪੋਰਟੈਂਟ ਸਟੈਟਸ ਅਗਰ ਤੁਹਾਨੂੰ ਕਿਤੇ ਮਿਲ ਰਹੇ ਨੇ ਉਹ ਤੁਸੀਂ ਉਹਨਾਂ ਨੂੰ ਨਾਲ ਲਓ, ਕਿਉਂਕਿ ਸਟੈਟਸ ਅਗਰ ਤੁਸੀਂ ਆਪਣੇ ਆਨਸਰ 'ਚ ਲਿਖ ਰਹੇ ਹੋ ਤਾਂ ਉਹਨਾਂ ਦਾ ਐਕੂਰੇਟ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਅਗਰ ਕਿਸੇ ਵੀ ਸਟੈਟ ਦੇ ਬਾਰੇ श्योर नहीं हो तो कोई भी स्टैट लिखने की कोशिश ना करो। ओनली वैन यू आर श्योर दैन यू शुड राइट फॉर द दिस काइंड ऑफ स्टैट्स आल्सो, राइट। तो इस तो बाद सैकेंड अगर तुसी टॉपिक देखोगे तो इट इज़ बेसिकली गवर्नेंस। देखो गवर्नेंस इज़ ए वेरी वाइड टॉपिक आ जाता है, क्योंकि लेकिन इसनों असीं कवर किवें करना हैगा। गवर्नेंस दे विच असीं ये चीज़ देखनी हैगी कि प्रेजेंट जो एडमिनिस्ट्रेटिव सिस्टम हैगा, एडमिनिस्ट्रेशन सिस्टम जिहड़ा हैगा जो साडा हैगा उस दे विच चाहे वो पोलीटिकल पार्टीज़ ने, चाहे वो साडे मिनिस्टर्स ने, चाहे वो ब्यूरोक्रेट्स ने, चाहे वो साडी पुलिस सिस्टम है, वो किस तरह का अपना रोल प्ले कर रही हैगी है और कित्थे होर उन्होंने इंप्रूव करने की जरूरत हैगी है। तो इसनों तुसी भी कित्थे रीड कर सकते हो। अगेन द आंसर वुड बी द सेम, आंसर इत्थे सेम रहेगा कि तुसी इत्थे न्यूज़पेपर रीडिंग ते ज़्यादा फोकस करना हैगा। न्यूज़पेपर दे विच इंडियन एक्सप्रैस हो गया जां ट्रिब्यून हो गया, ट्रिब्यून दे विच भी अच्छे गवर्नेंस नूं लैके बहुत अच्छे इत्थे क्वेश्चन पूछे जाते हैं, और पंजाब स्पैसीफिक गवर्नेंस की प्रॉब्लम्स हैगियां ने और की कित्थे कित्थे इंप्रूव करने की जरूरत हैगी है। चाहे वो लोकल लैवल की गवर्नेंस है, चाहे वो असी पूरा स्टेट लैवल की गवर्नेंस नूं देखिए, करप्शन नूं हैंडल करने की गल करिए, जां जो अजकल के जो बुनियादी मुद्दे हैगे ने पंजाब दे विच लैके, चाहे वो अनएम्पलॉयमेंट हैगी है, चाहे वो कोई एडमिनिस्ट्रेशन लेके इशू हैगे ने, तो वो सारे दे सारे मुद्दे ने सानूं एडिटोरीअल की फॉर्म च बड़े अच्छे मिल जाते हैं। तो अगर तुसी ट्रिब्यून के एडिटोरीअल इत्थे नाल फॉलो करोगे तो मैनूं लगदा है कि तुसी एक बैटर आंसर जो है गवर्नेंस के उपर अपना तैयारी जिहड़ी हैगी है तुसी इत्थे कर सकते हैगे हो। थर्ड जो साडा इत्थे इशू हैगा दैट इज़ बेसिकली अबाउट इंटरनेशनल रिलेशन। सैक्शन 3 दे विच ज़्यादातर अगर सिलेबस की गल करते हैं तो इंडिया और इस रिलेशनशिप विद द नेबरिंग कंट्री एंड द सुपर पावर साडा मेन पॉइंट जिहड़ा सिलेबस का पार्ट आ जाता हैगा, और इसनूं असीं किवें कवर करना। तो देखो इंटरनेशनल रिलेशन एक बहुत वास्ट टॉपिक हैगा, और ये टॉपिक ऐसा भी नहीं हैगा कि असीं इस तो बिल्कुल ही अलग हैगे हैं, क्योंकि ऑलरेडी प्री दे टाइम तो असीं करंट अफेयर जिहड़ा हैगा वो असीं रीड तो कर ही रहे हैं। ठीक है, हुण असीं नूं थोड़ा जिहा होर फोकस एरिया दे लैके इसनूं रीड करना हैगा। कोई मेन्स दे विच लैंथी क्वेश्चनस आउणगे इसदे उपर, उसनूं आंसर करने वास्ते साडी जो करंट इशू ने उन्हां दी अंडरस्टैंडिंग होना बहुत जरूरी है। तो सब तो पहला रीडिंग कित्थों स्टार्ट करनी है। अगेन न्यूज़पेपर इज गोइंग टू प्ले इंपॉर्टेंट रोल हेयर। तुसीं इंडियन एक्सप्रैस और ट्रिब्यून जिहड़ा हैगा तुसीं उसनूं रीड कर सकते हो, उससे जो भी करंट इशू चल रहे हैं उन्होंने थोड़ा फॉलो ऑन करके रखो। और इस दे नाल नाल अगर तुसीं फ्रंट लाइन मैगजीन अगर फॉलो कर सकते हो, फ्रंट लाइन मैगजीन पूरा रीड करने की जरूरत नहीं है। फ्रंट लाइन मैगजीन के विच जो इंटरनेशनल इशू हैगे ने उन्होंने बड़ा अच्छा एक्सप्लेन किया जाता है, कवर स्टोरी के विच भी और शॉर्ट फॉर्म के विच एक्सप्लेन किया जाता है। तुसीं फ्रंट लाइन मैगजीन नूं नाल लै सकते हो। अगर फ्रंट लाइन मैगजीन तुहानूं प्रॉब्लम लगता है रीड करने दे विच, तां तुसीं फिर कोई भी करंट अफेयर का जो मार्केट के विच तुसीं कोई भी मैगजीन जिहड़ा हैगा तुसीं वो लै सकते हो। बहुत सारिया वैबसाइट भी अच्छियां हैगियां ने, जिवें इनसाइट हो गया या दृष्टि हो गया, दे आर गुड वैबसाइट। उन्होंने उपर भी इंटरनेशनल रिलेशन लैके अच्छा कंटेंट मिल जाता है, अच्छे क्वेश्चन उत्थे तुहानूं मिल जाते हैं। तुसीं उत्थों भी कंटेंट लैके क्वेश्चन लैके अपने जो इंटरनेशनल रिलेशन के टॉपिक ने उन्होंने तैयार कर सकते हो। इन्हों टॉपिक नूं तैयार करने में जिवें मैं तुहानूं कहा सी यू नीड टू बी वैरी सिलैक्टिव, तो तुहाडे कुछ टॉपिक जिहड़े ने वो बड़े सिलैक्टिव होने चाहिए, जिसले कि इंडिया पाकिस्तान रिलेशनशिप, चाइना रिलेशनशिप, श्रीलंका, नेपाल नेबरहुड का रिलेशनशिप तुहाडा तैयार होना चाहिए। दैन द इंडियाज रोल इन द एशियान के नाल की रिलेशनशिप हैगा, और जे इनू थोड़ा तुसीं फोकस एरिया करके रीड करना हैगा। और इस तो अलावा सुपर पावर नाल साडा रिलेशन किस तरह इवॉल्व हो रहा है, जस्ट लाइक एज वी आर मूविंग मोर क्लोजर टूवर्ड द अमेरिका, तो इसका साडा रशिया के उपर की रिलेशनशिप आएगा, और चाइना के नाल जो साडा बॉर्डर डिस्प्यूट हैगा इस दे नाल इंडिया का की जो फ्यूचर का जो स्ट्रैटेजिक रिलेशनशिप है वो बिल्डअप हो सकता है चाइना नाल, किस तरह हो सकता है। वन रोड वन बेल्ट जो इनिशिएटिव चाइना का हैगा वो इंडिया की जो पोजीशन उन्हें किस तरह अफेक्ट कर सकता, और लॉन्ग विद जिन्ने भी इंटरनेशनल जिहड़े ऑर्गेनाइजेशन हैगियां ने, चाहे यूनाइटेड नेशन हैगा, चाहे IMF होगा, जिससे यूनाइटेड नेशन के विच भी इंडिया परमानेंट सीट की गल कर रहा है कि मिलनी चाहिए। तो ये सारे कुछ टॉपिक ने जिहड़े तुसीं चूज एंड पिक करने ने, और फिर इन्हां बारे तुसीं रीड करना है, रीड करके तुसीं अपनी आंसर राइटिंग जिहड़ी है वो प्रैक्टिस करनी है। सो स्टूडेंट दीज आर द 3 मेजर सैक्शन विच इज़ गिवन इन द सैक्शन 2, और तुसीं इसनूं इस तरह 1 बाय 1 अप्रोच करके इसनूं तुसीं रीड करना हैगा। एंड लास्ट बट नॉट लीस्ट देखो मेन्स वास्ते जिन्ना ज़्यादा हो सके उन्होंने राइटिंग प्रैक्टिस करो, जिन्ना ज़्यादा हो सकता है, क्योंकि राइटिंग प्रैक्टिस अगर तुसीं नहीं कीतियां, तुसीं सिर्फ रीड करते रह गए तो तुसीं मेन्स अच्छा स्कोर नहीं कवर कर पाओगे, क्योंकि मेन्स के विच तुहाडे कोल
ਹੋ ਸਕਦਾ ਹੈ ਕਿਸੇ ਟੌਪਿਕ ਦੇ ਉੱਪਰ ਤੁਹਾਡੇ ਕੋਲ ਥਾਊਜ਼ੈਂਡਸ ਆਫ ਵਰਡ ਦੀ ਇਨਫੋਰਮੇਸ਼ਨ ਹੋਵੇ, ਲੇਕਿਨ ਉੱਥੇ ਤੁਹਾਡੇ ਕੋਲ ਟਾਈਮ ਕਿੰਨਾ ਹੋਣਾ ਹੈ 6 to 7 ਮਿੰਟ ਆਫ ਵਨ ਕੁਐਸਚਨ, ਜਿੱਥੇ ਤੁਹਾਨੂੰ ਆਪਣੇ ਬੈਸਟ 200 ਵਰਡ ਲਿਖਣੇ ਨੇ। ਔਰ ਇਸ ਦੇ ਵਾਸਤੇ ਤੁਹਾਨੂੰ ਪ੍ਰੈਕਟਿਸ ਦੀ ਲੋੜ ਪਏਗੀ, ਔਰ ਉਸ ਪ੍ਰੈਕਟਿਸ ਨੂੰ ਜਿੰਨੀ ਜਲਦੀ ਤੁਸੀਂ ਆਪਣਾ ਸਟਾਰਟ ਕਰ ਸਕਦੇ ਹੋ, ਤੁਸੀਂ ਓਨਾ ਹੀ ਵਧੀਆ ਆਪਣਾ ਸਕੋਰ ਜਿਹੜਾ ਹੈਗਾ ਉੱਥੇ ਲੈ ਸਕਦੇ ਹੈਗੇ ਹੋ। ਤਾਂ ਇਸ ਦੇ ਵਾਸਤੇ ਤੁਹਾਡੀ ਰਾਈਟਿੰਗ ਪ੍ਰੈਕਟਿਸ ਦੇ ਵਾਸਤੇ ਦਾ ਅਕੈਡਮੀ ਇਜ਼ ਆਲਸੋ ਸਟਾਰਟਿੰਗ PCS ਮੇਨਸ ਦੀ ਇੱਕ ਟੈਸਟ ਸੀਰੀਜ਼ ਵੀ ਅਸੀਂ ਸਟਾਰਟ ਕਰਨ ਜਾ ਸਕਦੇ, ਵੈਰੀ ਸੂਨ ਵੀ ਆਰ ਗੋਇੰਗ ਟੂ ਸਟਾਰਟ ਦਿਸ ਸੀਰੀਜ਼ ਆਲਸੋ। ਔਰ ਇਸ ਟੈਸਟ ਸੀਰੀਜ਼ ਨੂੰ ਵੀ ਤੁਸੀਂ ਜੁਆਇਨ ਕਰਕੇ ਜਿਹੜਾ ਹੈਗਾ ਆਪਣੀ ਆਨਸਰ ਰਾਈਟਿੰਗ ਨੂੰ ਬੈਟਰ ਕਰ ਸਕਦੇ ਹੋ, ਜਿੱਥੇ ਅਸੀਂ ਤੁਹਾਡੇ ਆਨਸਰ ਵੀ ਚੈੱਕ ਕਰਾਂਗੇ, ਔਰ ਜਿੱਥੇ ਜਿੱਥੇ ਸਾਨੂੰ ਲੱਗੇਗਾ ਕਿ ਇੱਥੇ ਤੁਹਾਡੇ ਆਨਸਰ ਵਿੱਚ ਪ੍ਰੋਬਲਮਸ ਹੈਗੀਆਂ ਨੇ, ਕਿਸ ਤਰ੍ਹਾਂ ਉਸਨੂੰ ਇੰਪਰੂਵ ਕੀਤਾ ਜਾ ਸਕਦਾ, ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਔਰ ਇਸ ਤਰ੍ਹਾਂ ਇੱਕ ਪਲਾਨਡ ਵੇ ਦੇ ਨਾਲ ਆਪਾਂ ਜੋ ਹੈਗਾ ਇੱਕ ਮੇਨਸ ਦੇ ਵਿੱਚ ਇੱਕ ਬੈਟਰ ਸਕੋਰ ਜਿਹੜਾ ਹੈਗਾ ਉਹ ਲੈ ਕੇ ਆਪਣੀ PCS ਦੇ ਵਿੱਚ ਜਿਹੜੀ ਸਿਲੈਕਸ਼ਨ ਹੈਗੀ ਆ ਉਹਨੂੰ 100% ਜਿਹੜੀ ਹੈਗੀ ਆ ਉਹ ਆਪਾਂ ਸ਼ਿਓਰ ਕਰ ਸਕਦੇ ਹੈਗੇ ਆ। ਇਸ ਟੈਸਟ ਸੀਰੀਜ਼ ਦੇ ਰਿਗਾਰਡਿੰਗ ਔਰ ਮੇਨਸ ਦੀ ਪ੍ਰੈਪਰੇਸ਼ਨ ਆਪਾਂ ਹੋਰ ਕਿਸ ਤਰ੍ਹਾਂ ਬੈਟਰ ਕਰ ਸਕਦੇ ਹਾਂ, ਅਗਰ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਨੰਬਰ ਤੁਹਾਡੇ ਕੋਲ ਸਕਰੀਨ ਤੇ ਇੱਥੇ ਦਿੱਤਾ ਹੋਇਆ 9872124143 ਦਾ ਨੰਬਰ ਇੱਥੇ ਦਿੱਤਾ ਹੋਇਆ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਫਰਦਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਇੱਥੇ ਲੈ ਸਕਦੇ ਹੋ। ਸੋ ਅੱਜ ਦੇ ਲਈ ਇੰਨਾ ਹੀ ਹੈ। ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ GS ਪੇਪਰ 3 ਜਿਹੜਾ ਹੈਗਾ ਉਹ ਡਿਸਕਸ ਕਰਾਂਗਾ। ਤਦ ਤੱਕ ਦੇ ਲਈ all the very best, prepare very well and believe in your dreams and work hard. Thank you very much.